ਕੀਰਤਪੁਰ ਸਾਹਿਬ ਤੋਂ ਚੱਲੇ, ਕਰਤਾਰਪੁਰ ਸਾਹਿਬ ਲੰਮਾ ਸਮਾਂ ਰਹੇ, 6 ਮਹੀਨੇ 8 ਮਹੀਨੇ ਦੇ ਕਰੀਬ ਤਾਂ ਅੰਮ੍ਰਿਤਸਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਹੇ। ਫਿਰ ਇਸ ਤੋਂ ਬਾਅਦ ਮਹਾਰਾਜ ਸਿਆਲਕੋਟ ਦੇ ਇਲਾਕੇ ਵਿੱਚ, ਅੱਜ ਪਾਕਿਸਤਾਨ ਵਿੱਚ ਰਹਿ ਗਿਆ, ਲੰਮਾ ਸਮਾਂ ਸਾਰੀਆਂ ਸਰਦੀਆਂ ਇੱਥੇ ਇਸ ਇਲਾਕੇ ਵਿੱਚ ਗੁਰਮਤ ਪ੍ਰਚਾਰ ਕਰਦੇ ਰਹੇ। ਸ਼੍ਰੀਨਗਰ ਤੱਕ, ਜੰਮੂ ਕਸ਼ਮੀਰ ਦੇ ਏਰੀਏ ਤੱਕ ਸਤਵੇਂ ਪਾਤਸ਼ਾਹ ਜੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ। ਫਿਰ ਮਹਾਰਾਜ ਸਾਹਿਬ ਫਿਰ ਵਾਪਸ ਅੰਮ੍ਰਿਤਸਰ ਸਾਹਿਬ, ਫਿਰ ਕਰਤਾਰਪੁਰ ਸਾਹਿਬ। ਮੈਂ ਕੋਸ਼ਿਸ਼ ਕਰ ਰਿਹਾ ਜਿੱਧਰ ਜਿੱਧਰ ਵੀ ਗੁਰਦੇਵ ਪਿਤਾ ਜੀ ਕਾਫਲਾ ਲੈ ਕੇ ਸਿੱਖੀ ਪ੍ਰਚਾਰ ਕਰਦੇ, ਉਧਰ ਉਧਰ ਆਪਾਂ ਦਰਸ਼ਨ ਦੀਦਾਰ ਕਰੀਏ। ਮਹੀਨਿਆਂ ਬੱਧੀ ਰੁਕਦੇ ਸਨ, ਪਿੰਡਾਂ ਦੀ ਸੰਗਤ ਇਕੱਠੀ ਹੋਇਆ ਕਰਦੀ ਸੀ, ਦੀਵਾਨ ਸਜਦਾ ਸੀ, ਸਵੇਰੇ ਸ਼ਾਮ ਲੰਗਰ ਸਜਦਾ ਸੀ, 2200 ਦੀ ਘੋੜ ਸਵਾਰ ਫੌਜ ਕਾਫਲਾ ਨਾਲ ਚੱਲਦਾ ਸੀ, ਬਖਸ਼ਿਸ਼ਾਂ ਤੇ ਦਾਤਾਂ ਵੰਡਦੇ ਸਨ ਸਤਿਗੁਰੂ ਸੱਚੇ ਪਾਤਸ਼ਾਹ। ਸੋ ਕਰਤਾਰਪੁਰ ਤੋਂ ਬਾਅਦ ਮਹਾਰਾਜ ਇੱਧਰ ਨੂੰ ਹੋਏ ਨੇ, ਨੂਰ ਮਹਿਲ ਇਲਾਕੇ ਤੋਂ ਸਿੱਧਾ ਭਾਈ ਕੀ ਡਰੌਲੀ ਮਾਲਵੇ ਦੇ ਵਿੱਚ ਮਹਾਰਾਜ ਚਲੇ ਗਏ। ਮਾਲਵੇ ਤੋਂ ਅੱਗੇ ਜਦੋਂ ਗਏ ਖਾਲਸਾ ਜੀ, ਜਿੱਥੇ ਅੱਜ ਗੁਰੂਸਰ ਗੁਰਦੁਆਰਾ ਹੈ, ਬਠਿੰਡੇ ਦੇ ਨਜ਼ਦੀਕ ਮਹਿਰਾਜ ਪਿੰਡ, ਇਸ ਮਹਿਰਾਜ ਪਿੰਡ ਗੁਰੂਸਰ ਗੁਰਦੁਆਰੇ ਵਾਲੀ ਥਾਂ ਤੇ ਇਹਨਾਂ ਦੇ ਦਾਦਾ ਵਡੇਰੇ 6ਵੇਂ ਪਾਤਸ਼ਾਹ ਨੇ ਜੰਗ ਲੜੀ ਸੀ ਲਾਹੌਰ ਦੀ ਫੌਜ ਦੇ ਨਾਲ। ਇਸ ਜਗ੍ਹਾ ਤੇ ਮਹਾਰਾਜ ਜੀ ਨੇ ਪੜਾਅ ਕੀਤਾ। ਇੱਥੇ ਚੱਲ ਕੇ ਕਾਲਾ ਨਾਂ ਦਾ ਇੱਕ ਵਿਅਕਤੀ ਮਾਲਵੇ ਦਾ ਬੰਦਾ ਆਇਆ, ਉਹਨੇ ਆ ਕੇ ਮਹਾਰਾਜ ਜੀ ਦੇ ਅੱਗੇ ਅਰਦਾਸ ਕੀਤੀ ਹੈ। 2 ਕਹਿੰਦੇ ਉਹ ਬੱਚੇ ਆਪਣੇ ਨਾਲ ਲੈ ਕੇ ਆਇਆ, ਉਹਨਾਂ ਫੂਲ ਤੇ ਸੰਦਲੀ ਉਹਨਾਂ ਦਾ ਨਾਮ ਸੀ 2 ਬੱਚਿਆਂ ਦਾ। ਉਹਨਾਂ ਨੂੰ ਸਿਖਾ ਕੇ ਲਿਆਂਦਾ ਸੀ ਕਿ ਗੁਰੂ ਨਾਨਕ ਦੇ ਘਰ ਵਿੱਚ ਇਦਾਂ ਤੁਸੀਂ ਆਪਣਾ ਆਪਾ ਪੇਸ਼ਾ ਕਰੋਗੇ, ਫਰਿਆਦ ਕਰੋਗੇ ਤਾਂ ਇੱਥੋਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਕਹਿੰਦੇ ਉਹਨਾਂ ਨੇ ਢਿੱਡ ਖੜਕਾਏ, ਆਪਣੇ ਪੇਟ ਖੜਕਾਏ ਆ ਕੇ ਸਤਵੇਂ ਪਾਤਸ਼ਾਹ ਦੇ ਸਾਹਮਣੇ ਗੁਰੂ ਨਾਨਕ ਦੇ ਦਰਬਾਰ ਵਿੱਚ। ਤੇ ਮਹਾਰਾਜ ਸਾਹਿਬ ਜਾਣ ਗਏ, ਅੰਤਰਜਾਮੀ ਸਤਿਗੁਰੂ ਜਾਣਦੇ ਸਨ। ਕਹਿੰਦੇ ਕਾਲੇ ਪਤਾ ਤਾਂ ਹੈ, ਪੁੱਛਦੇ ਨੇ, ਕਹਿੰਦੇ ਕਾਲਾ ਇਹ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਰੋਟੀ ਨਹੀਂ ਹੈ ਖਾਣ ਨੂੰ, ਪਰਿਵਾਰ ਭੁੱਖ ਨਾਲ ਮਰ ਰਿਹਾ ਹੈ, ਇਹ ਭੁੱਖ ਦੇ ਨਾਲ ਤੜਫ ਰਹੇ ਨੇ, ਰੋਟੀ ਤੋਂ ਭੁੱਖੇ ਨੇ। ਮਹਾਰਾਜ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਇਹਨਾਂ ਦੀਆਂ ਪੀੜ੍ਹੀਆਂ, ਇਹਨਾਂ ਦੇ ਅੱਗੇ ਪਰਿਵਾਰ ਜਿਹੜੇ ਨੇ ਉਹ ਸਤਲੁਜ ਜਮਨਾ ਦੇ ਵਿਚਕਾਰ ਰਾਜ ਕਰਿਆ ਕਰਨਗੇ। ਤੋਂ ਭਾਵੇਂ ਉਹ ਲੋਕ ਅੱਜ ਨਹੀਂ ਇਸ ਚੀਜ਼ ਗੱਲ ਦਾ ਅਹਿਸਾਸ ਰੱਖਦੇ ਨੇ ਕਿ ਨਹੀਂ ਰੱਖਦੇ, ਜਿਹੜੀ ਨਾਭਾ ਰਿਆਸਤ ਤੇ ਪਟਿਆਲਾ ਰਿਆਸਤ ਹੋਈ ਹੈ, ਉਹਨਾਂ ਦੇ ਰਾਜ ਭਾਗ ਦੀਆਂ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੋਈਆਂ ਸੀ। ਸੋ ਸਤਵੇਂ ਪਾਤਸ਼ਾਹ ਨੇ ਇਸ ਇਲਾਕੇ ਵਿੱਚ ਸਿੱਖੀ ਪ੍ਰਚਾਰ ਕੀਤਾ। ਵਾਪਸ ਮਹਾਰਾਜ ਫਿਰ ਕਰਤਾਰਪੁਰ ਆਏ, ਫਿਰ ਕੀਰਤਪੁਰ ਸਾਹਿਬ ਚਲੇ ਗਏ। ਤੋ ਸਾਧ ਸੰਗਤ ਜਿਹੜੀ ਮੈਂ ਤੀਸਰੀ ਬਖਸ਼ਿਸ਼ ਦਾ ਜ਼ਿਕਰ ਕੀਤਾ ਸੀ, ਉਹ ਸੀ ਭਾਈ ਸੰਗਤ ਜੀ। ਭਾਈ ਸੰਗਤ ਜੀ ਦਾ ਜ਼ਿਲ੍ਹਾ ਲਾਹੌਰ ਵਿੱਚ ਜਨਮ ਹੁੰਦਾ ਹੈ ਉਸ ਸਮੇਂ, ਤੇ ਇਹਨਾਂ ਦਾ ਬਦਲ ਕੇ ਨਾਂ ਭਾਈ ਫੇਰੂ ਕਰਕੇ ਮਸ਼ਹੂਰ ਹੋਇਆ ਸਿੱਖਾਂ ਦੇ ਵਿੱਚ। ਭਾਈ ਫੇਰੂ ਜੀ, ਭਾਈ ਫੇਰੂ ਜੀ ਤਾਂ ਨਾਂ ਇਹਨਾਂ ਦਾ ਪੈ ਗਿਆ ਕਿਉਂਕਿ ਫੇਰੀ ਲਾਉਂਦੇ ਸਨ, ਵਪਾਰੀ ਸਨ, ਤੇ ਸੌਦਾ ਪੱਤਾ ਫਿਰ ਕੇ ਗੇੜਾ ਲਾ ਕੇ, ਜਿਵੇਂ ਅੱਜ ਵੀ ਫੇਰੀ ਲਾਉਣ ਵਾਲੇ ਪਿੰਡਾਂ ਸ਼ਹਿਰਾਂ ਚ ਆਉਂਦੇ ਨੇ, ਇਦਾਂ ਵੇਚਿਆ ਕਰਦੇ ਸਨ। ਪਰ ਬੜੀ ਭਾਵਨਾ ਵਾਲੇ ਸਤਿਕਾਰਯੋਗ ਗੁਰਸਿੱਖ ਸਨ ਭਾਈ ਸੰਗਤ ਜੀ। ਬਾਅਦ ਵਿੱਚ ਭਾਈ ਫੇਰੂ ਜੀ ਨਾਂ ਪੈ ਗਿਆ। ਤਾਂ ਭਾਈ ਫੇਰੂ ਜੀ ਦੇ ਬਾਬਤ ਲਿਖਿਆ ਮਿਲਦਾ ਹੈ, ਕਹਿੰਦੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਆਪਣੇ ਦਰਬਾਰ ਵਿੱਚੋਂ ਇੱਕ ਨਿਸ਼ਾਨ ਸਾਹਿਬ ਦਿੱਤਾ, ਇੱਕ ਨਗਾਰਾ ਦਿੱਤਾ, ਇੱਕ ਮਹਾਰਾਜ ਸਾਹਿਬ ਨੇ ਪੋਥੀ ਦਿੱਤੀ ਹੈ। ਤੇ ਸਿੱਖੀ ਪ੍ਰਚਾਰ ਇਹਨਾਂ ਨੇ ਜਾ ਕੇ ਬੜੇ ਇਲਾਕਿਆਂ ਵਿੱਚ ਕੀਤਾ। ਜਦੋਂ ਸਮਾਂ ਪਾ ਕੇ ਸਿੱਖੀ ਪ੍ਰਚਾਰ ਕਰਦੇ ਰਹੇ, ਚੱਲ ਫਿਰ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ, ਧਮਧਾਨ ਦਾ ਇਲਾਕਾ ਹਰਿਆਣੇ ਵਿੱਚ ਅੱਜ ਵੀ ਪੈਂਦਾ ਹੈ, ਇਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਜਾ ਕੇ ਸਿੱਖ ਨੂੰ ਮਿਲੇ ਸਨ, ਭਾਈ ਫੇਰੂ ਨੂੰ। ਬਾਅਦ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਿਆਂ, ਜਿਹੜੀ ਸਿੱਖੀ ਦੇ ਬੀਜ, ਜਿਨ੍ਹਾਂ ਜੀਵਨਾਂ ਦੀ ਸ਼ੁਰੂਆਤ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਕੀਤੀ, ਉਹਨਾਂ ਨੇ ਅਖੀਰ ਤੇ ਜਾ ਕੇ ਨਤੀਜੇ ਕੀ ਦਿਖਾਏ, ਉਹ ਜੀਵਨ ਕਿੰਨੇ ਪਰਉਪਕਾਰੀ ਹੋ ਨਿਬੜੇ। ਇਹੀ ਭਾਈ ਫੇਰੂ ਜਦੋਂ 10ਵੇਂ ਪਾਤਸ਼ਾਹ ਦਾ ਸਮਾਂ ਬਾਅਦ ਵਿੱਚ ਆਇਆ ਨਾ ਖਾਲਸਾ ਜੀ, ਉਸ ਸਮੇਂ ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਐਲਾਨ ਕੀਤਾ ਕਿ ਹੁਣ ਮਸੰਦ ਪ੍ਰਥਾ ਖਤਮ ਕੀਤੀ ਜਾਣੀ ਹੈ, ਮਸੰਦਾਂ ਨੂੰ ਖਤਮ ਕਰਨਾ ਹੈ, ਖਾਲਸਾ ਸਾਜ ਦੇਣਾ ਹੈ ਆਉਣ ਵਾਲੇ ਸਮੇਂ ਵਿੱਚ, ਜਾਂ ਸਾਜ ਦਿੱਤਾ ਹੈ, ਤਾਂ ਮਸੰਦ ਪ੍ਰਥਾ ਖਤਮ ਕਰਦਿਆਂ ਮਹਾਰਾਜ ਨੇ ਜਿਹੜੇ ਲੋਕ ਆਪਣੇ ਆਪ ਪੇਸ਼ ਹੋ ਗਏ ਆ ਗਏ, ਤੇ ਜਿਹੜੇ ਨਾ ਆ ਸਕੇ ਕਿਸੇ ਵੀ ਕਾਰਨ, ਉਹਨਾਂ ਨੂੰ ਫੜ ਫੜ ਕੇ ਲਿਆਂਦਾ ਗਿਆ। ਕਹਿੰਦੇ ਨੇ ਕਿ ਭਾਈ ਫੇਰੂ ਨੂੰ ਵੀ ਇਹ ਧਮਧਾਨ ਦੇ ਇਲਾਕੇ ਵਿੱਚੋਂ ਜਦੋਂ ਲੈ ਕੇ ਗਏ, ਤੇ ਤਵਾਰੀਖ ਦੇ ਪੰਨਿਆਂ ਤੇ ਲਿਖਿਆ ਮਿਲਦਾ ਹੈ, ਕਹਿੰਦੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਇਹਨਾਂ ਨੂੰ ਜਿਹੜਾ ਨਗਾਰਾ, ਝੰਡਾ, ਲੋਹ ਤੇ ਪੋਥੀ ਪਿਛਲੇ ਗੁਰੂ ਤੋਂ ਬਖਸ਼ਿਸ਼ ਹੋਈ ਸੀ ਨਾ, ਝੰਡਾ ਅੱਗੇ ਅੱਗੇ ਝੂਲਦਾ ਆ ਰਿਹਾ ਹੈ ਤੇ ਨਗਾਰਾ ਵੱਜਦਾ ਆ ਰਿਹਾ ਹੈ। 10ਵੇਂ ਪਾਤਸ਼ਾਹ ਦਾ ਦਰਬਾਰ ਲੱਗਾ, ਅਨੰਦਪੁਰ ਸਾਹਿਬ ਦੀ ਧਰਤੀ ਦੀ ਘਟਨਾ ਹੈ। ਗੁਰੂ ਸਾਹਿਬ ਸਿੱਖਾਂ ਨੂੰ ਕਹਿੰਦੇ ਨੇ, ਇਹ ਕੌਣ ਹੈ ਜਿਹੜਾ ਗੁਰੂ ਕੇ ਦੀਵਾਨ ਵਿੱਚ ਵਿਘਨ ਪਾ ਰਿਹਾ ਹੈ?
ਨਗਾਰੇ ਦੀ ਆਵਾਜ਼ ਆ ਰਹੀ ਹੈ ਤਾਂ ਸਿੱਖਾਂ ਨੇ ਦੱਸਿਆ, ਕਹਿਣ ਲੱਗੇ ਮਹਾਰਾਜ ਇਹ ਭਾਈ ਫੇਰੂ ਹੈ। ਸਾਹਮਣੇ ਆਏ ਭਾਈ ਫੇਰੂ, ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਇਹਦਾ ਨਗਾਰਾ ਵੀ ਲੈ ਲਓ, ਝੰਡਾ ਵੀ ਲੈ ਲਓ, ਇਸ ਨੂੰ ਸਾਡੇ ਸਾਹਮਣੇ ਲੈ ਕੇ ਆਓ। ਜਦੋਂ ਸਾਹਮਣੇ ਆਇਆ 10ਵੇਂ ਪਾਤਸ਼ਾਹ ਦੇ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਨੇ, ਕਹਿਣ ਲੱਗੇ ਤੁਹਾਨੂੰ ਗੁਰਸਿੱਖ ਜੀ ਇੰਨਾ ਪਤਾ ਹੋਣਾ ਚਾਹੀਦਾ ਹੈ ਕਿ ਦੀਵਾਨ ਚੱਲ ਰਿਹਾ ਹੈ, ਵਿਘਨ ਪੈ ਰਿਹਾ ਹੈ, ਤੁਸੀਂ ਨਗਾਰਾ ਵਜਾ ਰਹੇ ਹੋ, ਝੰਡਾ ਝੂਲਦਾ ਆ ਰਿਹਾ ਹੈ, ਉੱਚੀ ਉੱਚੀ ਤੁਸੀਂ ਆਵਾਜ਼ ਵਿੱਚ ਸ਼ਬਦ ਵੀ ਪੜ੍ਹਦੇ ਆ ਰਹੇ ਹੋ, ਸਿਮਰਨ ਕਰਦੇ ਆ ਰਹੇ ਹੋ, ਚੰਗੀ ਗੱਲ ਵੀ ਹੈ, ਪਰ ਇਹ ਕਿਉਂ ਕਰ ਰਹੇ ਹੋ ਸਾਰਾ ਕੁਝ? ਤਾਂ ਉਹਨਾਂ ਨੇ ਦੱਸਿਆ, ਕਹਿਣ ਲੱਗੇ ਮਹਾਰਾਜ ਸਾਡੀ ਸ਼ੁਰੂਆਤ ਸਾਨੂੰ ਲੜ ਲਾਇਆ, ਸਾਡਾ ਮਹਾਰਾਜ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾਈ ਗੁਰੂ ਹਰਿਰਾਏ ਸਾਹਿਬ ਮਹਾਰਾਜ 7ਵੇਂ ਪਾਤਸ਼ਾਹ ਨੇ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਰਾਜ ਜੀ ਦੀ ਬਖਸ਼ਿਸ਼ ਸਾਨੂੰ ਜਿਹੜਾ ਇਹ ਨਗਾਰਾ ਹੋਇਆ, ਗੁਰੂ 7ਵੇਂ ਪਾਤਸ਼ਾਹ ਨੇ ਜਿਹੜਾ ਨਿਸ਼ਾਨ ਸਾਹਿਬ ਦਿੱਤਾ, ਪੋਥੀ ਸਾਹਿਬ ਦਿੱਤੀ, ਇਹ ਤਾਂ ਝੰਡੇ ਗੁਰੂ ਨਾਨਕ ਦੇ ਘਰ ਦੇ ਹੀ ਦਿੱਤੇ ਹੋਏ ਨੇ, ਨਗਾਰੇ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਹੈ। ਇਹ ਤੁਹਾਡੇ ਵਜਾਏ ਮਹਾਰਾਜ ਮੈਂ ਵਜਾਉਂਦਾ ਆ ਰਿਹਾ ਹਾਂ, ਤੁਹਾਡੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹਨਾਂ ਦਾ ਹੀ ਪ੍ਰਤਾਪ ਇਹ ਸਦਾ ਝੂਲਦਾ ਆ ਰਿਹਾ ਹੈ। ਤੇ ਹੱਸ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲ ਨਾਲ ਲਾਇਆ, ਸਤਿਕਾਰ ਦਿੱਤਾ, ਭਾਈ ਫੇਰੂ ਨੂੰ ਬੜਾ ਮਾਣ ਤਾਣ ਦਿੱਤਾ। ਅਗਲੀ ਗੱਲ ਮੈਂ ਕਹਿ ਦਿਆਂ ਕਿ ਜਿਹੜੀ ਅਗਸਤ ਸਨ 1700 ਦੇ ਵਿੱਚ ਤਾਰਾਗੜ੍ਹ ਦੇ ਮੈਦਾਨ ਵਿੱਚ ਲੜਾਈ ਹੋਈ, ਤਾਰਾਗੜ੍ਹ ਕਿਲਾ ਵੀ ਅੱਜ ਆਨੰਦਪੁਰ ਸਾਹਿਬ ਮੌਜੂਦ ਹੈ, ਕਿਲਾ ਤਾਰਾਗੜ੍ਹ ਦੀ ਜਿਹੜੀ ਜੰਗ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਗਸਤ ਮਹੀਨੇ ਸਨ 1700 ਦੇ ਵਿੱਚ, ਇਹ ਭਾਈ ਫੇਰੂ ਸ਼ਾਹ ਉਸ ਜੰਗ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਸ਼ੁਰੂਆਤ ਹੋਈ ਤੇ 10ਵੇਂ ਪਾਤਸ਼ਾਹ ਦੇ ਸਮੇਂ ਜਾ ਕੇ ਮੈਦਾਨੇ ਜੰਗ ਦੇ ਵਿੱਚ ਇਸ ਗੁਰਸਿੱਖ ਨੇ ਆਪਣੀ ਸ਼ਹਾਦਤ ਦਿੱਤੀ ਹੈ। ਇਦਾਂ ਦੇ ਪਰਉਪਕਾਰ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਡੁੱਲ ਡੁੱਲ ਕੇ ਪੈਂਦੇ ਨੇ। ਇੱਕ ਸਿੱਖ ਦਾ ਹੋਰ ਜ਼ਿਕਰ ਮਿਲਦਾ ਹੈ, ਇਹਦਾ ਨਾਮ ਹੈ ਭਾਈ ਝੰਡਾ ਜੀ। ਭਾਈ ਝੰਡਾ ਜੀ ਉਹ ਗੁਰਸਿੱਖ ਹੋਏ ਨੇ ਜਿਨ੍ਹਾਂ ਦਾ ਪਿਛੋਕੜ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਜੁੜਦਾ ਹੈ। ਆ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਦੇ ਵਿੱਚੋਂ ਅੱਗੇ ਉਹਨਾਂ ਦੇ ਪੋਤਰੇ ਲੱਗਦੇ ਸਨ ਭਾਈ ਝੰਡਾ ਜੀ। ਤਾਂ ਭਾਈ ਝੰਡਾ ਜੀ ਕੀਰਤਪੁਰ ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਵਿੱਚ ਸੇਵਾਵਾਂ ਨਿਭਾਉਂਦੇ ਸਨ। ਇੱਕ ਘਟਨਾ ਮਿਲਦੀ ਹੈ, ਕਹਿੰਦੇ ਇੱਕ ਦਿਨ 7ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਭਾਈ ਚੂੜ ਜੀ ਤੇ ਭਾਈ ਝੰਡਾ ਜੀ, ਇਹਨਾਂ ਦੋ ਗੁਰਸਿੱਖਾਂ ਦਾ ਜ਼ਿਕਰ ਮਿਲਦਾ ਹੈ। ਹੁਕਮ ਮੰਨਣ ਦੇ ਵਿੱਚ ਇਤਿਹਾਸਕਾਰ ਕਹਿੰਦੇ ਨੇ ਇਹਨਾਂ ਸਿੱਖਾਂ ਦਾ ਕੋਈ ਮੁਕਾਬਲਾ ਨਹੀਂ ਸੀ, ਜਿੰਨੇ ਇਹਨਾਂ ਦੇ ਅੰਦਰ ਗੁਣ ਸਨ ਆਗਿਆਕਾਰੀ ਦੇ। ਤੋਂ ਹੋਇਆ ਕਿ ਮਹਾਰਾਜ ਸਾਹਿਬ ਨੇ ਕਿਹਾ ਦੀਵਾਰ ਖੜੀ ਕਰਨੀ ਹੈ ਸਤਲੁਜ ਦਰਿਆ ਦੇ ਕੰਢੇ ਤੇ। ਭਾਈ ਝੰਡਾ ਜੀ ਨੂੰ ਕਿਹਾ ਦੀਵਾਰ ਤਿਆਰ ਕਰੋ ਜਾ ਕੇ। ਤਾਂ ਲਿਖਿਆ ਮਿਲਦਾ ਹੈ, ਕਹਿੰਦੇ ਕਿ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਸੰਗਤ ਨੂੰ ਲੈ ਕੇ ਦੀਵਾਰ ਤਿਆਰ ਕਰੋ, ਪਰ ਇਹ ਸਿੱਖ ਗਰਮੀ ਦਾ ਮੌਸਮ ਹੈ, ਬੜੇ ਭਾਰੇ ਭਾਰੇ ਮੋਟੇ ਮੋਟੇ ਪੱਥਰ ਚੁੱਕ ਚੁੱਕ ਕੇ ਨਾ ਧੁੱਪ ਦੀ ਪਰਵਾਹ ਕੀਤੀ ਤੇ ਨਾ ਗਰਮੀ ਦੀ ਪਰਵਾਹ ਕੀਤੀ, ਨਾ ਪਿਆਸ ਦੀ ਪਰਵਾਹ ਕੀਤੀ। ਇਹ ਸਿੱਖ ਚੁੱਕ ਚੁੱਕ ਕੇ ਮੋਟੇ ਮੋਟੇ ਪੱਥਰ ਲਗਾਤਾਰ ਕੰਧ ਦੀ ਤਿਆਰੀ ਕਰੀ ਗਿਆ। ਜਦੋਂ ਸ਼ਾਮਾਂ ਦਾ ਵੇਲਾ ਹੋਇਆ, 7ਵੇਂ ਪਾਤਸ਼ਾਹ ਸੈਰ ਕਰਦੇ ਕਰਦੇ ਕਿਲੇ ਦੇ ਇਸ ਪਾਸੇ ਨੂੰ ਆਏ ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਪਾਣੀ ਇੰਨਾ ਸਰੀਰ ਤੋਂ ਲਿਸ਼ਕ ਰਿਹਾ ਹੈ ਕਿ ਕੱਪੜੇ ਨਹੀਂ ਦਿਸਦੇ, ਮੁੜ ਕੇ ਇਹਦੇ ਨਾਲ ਹੀ ਇੰਨਾ ਸਰੀਰ ਭਿੱਜਾ ਹੈ। ਮਹਾਰਾਜ ਨੇ ਆ ਕੇ ਗੱਲ ਨਾਲ ਲਾਇਆ ਇਸ ਸਿੱਖ ਨੂੰ, ਕਹਿਣ ਲੱਗੇ ਸਿੱਖ ਜੀ ਅਸੀਂ ਤਾਂ ਤੁਹਾਨੂੰ ਕਿਹਾ ਸੀ ਕਿ ਸੰਗਤ ਦਾ ਸਾਥ ਲੈ ਕੇ ਇਹ ਦੀਵਾਰ ਤਿਆਰ ਕਰਨੀ ਹੈ, ਪਰ ਤੁਸੀਂ ਇਕੱਲੇ ਹੀ ਲੱਗੇ ਹੋ। ਤੇ ਇਹਨਾਂ ਨੇ ਜਿਹੜਾ ਜਵਾਬ ਦਿੱਤਾ ਭਾਗਾਂ ਵਾਲੇ, ਉਹ ਸਰਵਣ ਕਰਨ ਵਾਲੀ ਗੱਲ ਹੈ। ਕਹਿਣ ਲੱਗੇ ਮਹਾਰਾਜ ਸੇਵਾ ਕਰਨ ਵਿੱਚ ਤੇ ਕਰਵਾਉਣ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ। ਮਹਾਰਾਜ ਸੇਵਾ ਕਰਨ ਵਿੱਚ ਤੇ ਕਰਵਾਉਣ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਕਰਵਾਉਣ ਵਾਲਾ ਬੰਦਾ ਜਿਹੜਾ ਹੈ ਨਾ ਸੇਵਾ, ਉਹਦੇ ਵਿੱਚ ਅਕਸਰ ਹੀ ਆਪਾਂ ਵੇਖਦੇ ਹਉਮੈ ਆ ਜਾਂਦੀ ਹੈ, ਥੋੜਾ ਜਿਹਾ ਬੰਦੇ ਦੇ ਵਿੱਚ ਈਗੋ ਆ ਜਾਂਦੀ ਹੈ, ਇੱਕ ਵੱਖਰੀ ਜਿਹੀ ਸ਼੍ਰੇਣੀ ਆਪਣੇ ਆਪ ਨੂੰ ਸਮਝਣ ਲੱਗ ਪੈਂਦਾ ਹੈ। ਪਰ ਜਿਹੜਾ ਸੇਵਾਦਾਰ ਹੁੰਦਾ ਹੈ ਉਹਦਾ ਫਰਜ਼ ਕੀ ਹੁੰਦਾ ਹੈ ਸੇਵਕ ਦਾ, ਕਿ ਆਪਣੇ ਆਪ ਨੂੰ ਸਮਰਪਿਤ ਰੱਖਦਾ ਹੈ। ਇਸ ਵਾਸਤੇ ਗੁਰਦੇਵ ਪਿਤਾ ਮੈਂ ਆਨੰਦ ਲੈ ਰਿਹਾ ਹਾਂ, ਮੈਂ ਸਮਝਿਆ ਇਹ ਆਨੰਦ ਖੁਦ ਆਪ ਪਹਿਲਾਂ ਲੈਣਾ ਚਾਹੀਦਾ ਹੈ। ਮੈਨੂੰ ਇਹ ਚੰਗਾ ਲੱਗਾ ਤੇ ਮਹਾਰਾਜ ਮੈਂ ਇਸ ਤਰ੍ਹਾਂ ਕਰਨ ਲੱਗ ਪਿਆ। ਸੇਵਾ ਤਾਂ ਸੇਵਾ ਹੈ, ਮੈਂ ਕਰਵਾਉਣ ਵਿੱਚ ਨਹੀਂ ਇੱਛਾ ਰੱਖਦਾ, ਮੈਂ ਕਰਨ ਵਿੱਚ ਇੱਛਾ ਰੱਖਦਾ। ਆਖੋ ਸਤਨਾਮ ਸ਼੍ਰੀ। ਇਦਾਂ ਦੀਆਂ ਪਰਉਪਕਾਰ ਦੀਆਂ ਗੱਲਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸਮੇਂ ਬਹੁਤ ਸਾਰੀਆਂ ਮਿਲਦੀਆਂ ਨੇ। ਆਪ ਜੀ ਦੇ 3 ਬੱਚੇ ਸਨ। ਪਹਿਲਾ ਬੱਚਾ ਗੁਰੂ ਹਰਿਰਾਏ ਸਾਹਿਬ ਜੀ ਦੇ ਘਰ ਵਿੱਚ ਜਿਹੜਾ ਪੈਦਾ ਹੋਇਆ, ਆਪ ਜੀ ਦੇ ਘਰੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਧਰਮ ਸਪਤਨੀ ਦਾ ਨਾਂ ਸੀ ਮਾਤਾ ਸੁਲੱਖਣੀ ਜੀ। ਮਾਤਾ ਸੁਲੱਖਣੀ ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਘਰ ਵਿੱਚ ਪਹਿਲਾ ਬੱਚਾ ਜਿਹੜਾ ਪੈਦਾ ਹੋਇਆ ਉਹਦਾ ਨਾਮ ਬਾਬਾ ਰਾਮ ਰਾਏ ਹੈ। ਦੂਸਰੇ ਪੈਦਾ ਹੋਏ ਉਹ ਬੀਬੀ
ਰੂਪ ਕੌਰ ਇੱਕ ਧੀ ਪੈਦਾ ਹੋਈ ਹੈ, ਤੇ ਤੀਸਰੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ। ਤੋ ਏਡਾ ਵੱਡਾ ਪਰਉਪਕਾਰ ਮਹਾਰਾਜ ਜੀ ਦੇ ਜੀਵਨ ਚੋਂ ਇਹ ਵੀ ਮਿਲਦਾ ਹੈ। ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚੋਂ ਇਹ ਗੱਲ ਸੁਣਦੇ ਹਾਂ ਕਿ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਕਿ ਪੰਥ ਵਾਸਤੇ 10ਵੇਂ ਪਾਤਸ਼ਾਹ ਨੇ 4 ਪੁੱਤਰ ਆਪਣੇ ਕੁਰਬਾਨ ਕੀਤੇ। ਬੇਸ਼ੱਕ ਮੁਕਾਬਲਾ ਕੋਈ ਨਹੀਂ ਹੈ, ਉਹਨਾਂ ਨੇ ਰਣ ਤੱਤੇ ਅੰਦਰ 2 ਨੇ ਸ਼ਹਾਦਤ ਦਿੱਤੀ ਹੈ ਜੂਝ ਕੇ, ਤੇ 2 ਜ਼ੁਲਮ ਦਾ ਮੁਕਾਬਲਾ ਕਰਦੇ ਦੀਵਾਰਾਂ ਵਿੱਚ ਚਿਣ ਕੇ ਕੋਹ ਕੇ ਸ਼ਹੀਦ ਕੀਤੇ ਗਏ। ਉਹ ਇੱਕ ਵੱਖਰੀ ਲੜੀ ਹੈ, ਇੱਕ ਵੱਖਰਾ ਰੁਤਬਾ ਹੈ, ਇੱਕ ਵੱਖਰਾ ਗੁਣ ਹੈ, ਇੱਕ ਵੱਖਰਾ ਪਰਉਪਕਾਰ ਹੈ। ਪਰ ਜੇ ਇੱਧਰ ਦੇਖਿਆ ਜਾਵੇ ਤਾਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਵੀ ਕੋਈ ਕਰਨੀ ਦਾ ਤੋੜ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਜਦੋਂ ਉਹਨਾਂ ਨੇ ਭੇਜਿਆ ਸੀ ਦਿੱਲੀ, ਕਿ ਔਰੰਗਜ਼ੇਬ ਬਾਦਸ਼ਾਹ ਨੇ ਇਸ ਤਰ੍ਹਾਂ ਸੱਦਾ ਘੱਲਿਆ ਸੰਗਤ ਜੀ ਕਿ ਗੁਰੂ ਨਾਨਕ ਦੇ ਘਰ ਤੋਂ ਮੈਨੂੰ ਇਹ ਸਫਾਈ ਚਾਹੀਦੀ ਹੈ, ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਹੈ। ਜਵਾਬਦੇਹੀ ਵਾਸਤੇ ਗੁਰੂ ਹਰਿਰਾਏ ਸਾਹਿਬ ਨੂੰ ਬੁਲਾਇਆ ਗਿਆ ਕਿ ਗੁਰੂ ਨਾਨਕ ਦੇ ਘਰ ਦੇ 7ਵੇਂ ਇਸ ਵੇਲੇ ਜ਼ਿੰਮੇਵਾਰ ਗੁਰਤਾ ਗੱਦੀ ਦੇ ਆਗੂ ਗੁਰੂ ਹਰਿਰਾਏ ਸਾਹਿਬ ਨੂੰ ਬੁਲਾਇਆ ਦਿੱਲੀ, ਪਰ ਮਹਾਰਾਜ ਆਪ ਨਹੀਂ ਗਏ। ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਨੂੰ ਜਦੋਂ ਭੇਜਿਆ ਤਾਂ ਇਤਿਹਾਸ ਕਹਿੰਦਾ ਹੈ ਕਿ ਬਾਬਾ ਰਾਮ ਰਾਏ ਡੋਲ ਗਏ, ਥਿੜਕ ਗਏ। ਕੋਈ ਵੀ ਕਾਰਨ ਹੋ ਸਕਦਾ ਹੈ, ਕਿਸੇ ਵੀ ਗੱਲ ਘਟਨਾ ਕਾਰਨ ਵਿੱਚ ਉਹ ਆ ਕੇ ਜਦੋਂ ਥਿੜਕ ਜਾਂਦੇ ਨੇ, ਤੇ ਉਹਨਾਂ ਨੇ ਇੱਕ ਬਾਣੀ ਦੀ ਪੰਕਤੀ ਬਦਲੀ ਸੀ, ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਤੇ ਉਹਨਾਂ ਕਿਹਾ ਮਿੱਟੀ ਬੇਈਮਾਨ ਕੀ। ਇੰਨਾ ਹੀ ਸ਼ਬਦ ਵਰਤਿਆ, ਪਰ ਸਦਕੇ ਜਾਈਏ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ, ਬੜਾ ਔਖਾ ਹੈ ਇਸ ਤਰ੍ਹਾਂ ਕਰਨਾ। ਮਹਾਰਾਜ ਨੇ ਉਸੇ ਵੇਲੇ ਐਲਾਨ ਕਰ ਦਿੱਤਾ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਕਿ ਰਾਮ ਰਾਏ ਨਾਲ ਸਾਡਾ ਕੋਈ ਸੰਬੰਧ ਨਹੀਂ, ਇਹ ਜਿੱਧਰ ਨੂੰ ਇਸ ਦਾ ਮੂੰਹ ਹੈ ਉਧਰ ਨੂੰ ਚਲਿਆ ਜਾਵੇ। ਅਸੀਂ ਇਸ ਨੂੰ ਆਪਣੇ ਮੁੱਖ ਨਾ ਲਾਉਣਾ ਚਾਹੁੰਦੇ ਹਾਂ, ਨਾ ਇਹ ਸਾਡੇ ਮੱਥੇ ਆ ਕੇ ਲੱਗੇ। ਤਾਂ ਸਾਰੀ ਉਮਰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਤੱਕ, ਅਖੀਰਲੇ ਸਮੇਂ ਤੱਕ, ਇਹ ਰਾਮ ਰਾਏ, ਬਾਬਾ ਰਾਮ ਰਾਏ ਜੀ ਜਿਹੜੇ ਨੇ ਉਹ ਵਾਪਸ ਪਰਿਵਾਰ ਵਿੱਚ ਨਹੀਂ ਸੀ ਸ਼ਾਮਲ ਹੋ ਸਕੇ। ਕਿੱਡੀ ਵੱਡੀ ਕੁਰਬਾਨੀ ਹੈ ਕਿ ਆਪਣੇ ਪਹਿਲੇ ਵੱਡੇ ਸਕੇ ਪੁੱਤਰ ਨੂੰ ਘਰ ਵਿੱਚੋਂ ਬੇਦਖਲ ਕਰ ਦਿੱਤਾ, ਤੇ ਉਹ ਵੀ ਬਾਣੀ ਦਾ ਸਤਿਕਾਰ ਕਰਦਿਆਂ ਹੋਇਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇੱਕ ਪੰਕਤੀ ਦੇ ਨਾਲ ਕੀਤਾ ਹੋਇਆ ਬੇਇਨਸਾਫ ਨਹੀਂ ਪ੍ਰਵਾਨ ਕੀਤਾ। ਮਹਾਰਾਜ ਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਕਿ ਤੁਸੀਂ ਜਿੱਧਰ ਨੂੰ ਤੁਹਾਡਾ ਮੁੱਖ ਹੈ ਉਧਰ ਨੂੰ ਚਲੇ ਜਾਓ, ਵਾਪਸ ਸਾਡੇ ਕੋਲ ਨਹੀਂ ਆਉਣਾ, ਕਿਉਂਕਿ ਤੁਸੀਂ ਸਾਡੇ ਹੁਣ ਕੁਝ ਨਹੀਂ ਲੱਗਦੇ। ਜਿਹੜਾ ਬਾਣੀ ਦਾ ਕੁਝ ਨਹੀਂ ਲੱਗਦਾ, ਉਹ ਸਾਡਾ ਵੀ ਕੁਝ ਨਹੀਂ ਲੱਗਦਾ। ਤੋ ਗੁਰੂ ਕਿਰਪਾ ਕਰੇ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪਰਉਪਕਾਰਾਂ ਦੇ ਵਿੱਚੋਂ ਮੈਂ ਫੇਰ ਇੱਕ ਵਾਰ ਸਾਰੀਆਂ ਘਟਨਾਵਾਂ ਆਪ ਜੀ ਦੇ ਸਨਮੁਖ ਰੱਖਾਂ। ਕੋਈ ਸੰਗਤ ਨਵੀਂ ਆਈ ਲੱਗਦੀ ਹੈ, ਪਹਿਲਿਆਂ ਨੇ ਵੀ ਬਹੁਤ ਪਿਆਰ ਨਾਲ ਬੈਠ ਕੇ ਸੁਣਿਆ ਹੈ। ਮਹਾਰਾਜ ਸਾਹਿਬ ਕੁਦਰਤ ਨੂੰ ਅੰਤਾਂ ਦਾ ਪਿਆਰ ਕਰਦੇ ਸਨ। ਕਿ ਅੱਜ ਆਪਾਂ ਗੁਰਦੇਵ ਦਾ ਪੁਰਬ ਮਨਾਉਂਦੇ ਆ, ਇੰਨਾ ਕੁ ਤਾਂ ਮਨ 'ਚ ਅਹਿਸਾਸ ਰੱਖੀਏ, ਪ੍ਰਣ ਕਰੀਏ ਨਾ, ਚਲੋ ਹੁਣ ਨਹੀਂ, ਅਗਲੇ ਸਾਲਾਂ, ਅਗਲਿਆਂ ਮਹੀਨਿਆਂ ਦੇ ਵਿੱਚ ਕਿਤੇ ਨਾ ਕਿਤੇ ਸਮਾਂ ਬਣੇ, ਤੁਹਾਨੂੰ ਰੁੱਖਾਂ ਨੂੰ ਜ਼ਰੂਰ ਆਪਣੇ ਘਰ ਆਲੇ ਦੁਆਲੇ ਪੈਦਾ ਕਰੋ, ਰੁੱਖ ਲਾਓ। ਕਿਉਂਕਿ 22 ਦੇ ਕਰੀਬ ਹਜ਼ੂਰ ਨੇ ਬਾਗ ਲਗਵਾਏ ਸਨ। ਦਵਾਖਾਨਾ ਮਹਾਰਾਜ ਜੀ ਨੇ ਜਿੱਡਾ ਸ਼ਾਨਦਾਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਦਵਾਖਾਨਾ ਸੀ, ਇਦਾਂ ਦਾ ਦਵਾਖਾਨਾ ਦੁਨੀਆ ਦੇ ਵਿੱਚ ਕਿਸੇ ਵੀ ਧਰਮ ਸਥਾਨ ਤੇ ਨਹੀਂ ਮਿਲਦਾ ਉਸ ਵੇਲੇ ਦੇ ਸਮੇਂ ਦੇ ਮੁਤਾਬਕ, ਅੱਜ ਨਹੀਂ, ਉਸ ਵੇਲੇ ਦੇ ਸਮੇਂ ਮੁਤਾਬਕ। ਤੋਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਪਰਉਪਕਾਰਾਂ ਦੇ ਵਾਸਤੇ ਇੰਨੇ ਤਿਆਰੀ ਦੇ ਵਿੱਚ ਸਨ ਕਿ 2200 ਘੋੜ ਸਵਾਰ ਫੌਜ ਉਹਨਾਂ ਨੇ ਕੋਲ ਰੱਖੀ, ਜਿਹੜੀ ਇਸ ਗੱਲ ਦਾ ਇਸ਼ਾਰਾ ਕਰਦੀ ਸੀ। ਕਿਉਂਕਿ ਜਿਹੜੀ ਸ਼ਕਤੀ ਗੁਰੂ ਨਾਨਕ ਦੇ ਘਰ ਵਿੱਚ ਹੈ ਨਾ, ਧਿਆਨ ਦੇਣਾ, ਗੁਰੂ ਸਾਹਿਬਾਂ ਦੇ ਸਮੇਂ ਫੌਜ ਰੱਖੀ ਜਾਂਦੀ ਸੀ, ਹਥਿਆਰ ਰੱਖੇ ਜਾਂਦੇ ਸੀ, ਕਿਲੇ ਬਣਾਏ ਜਾਂਦੇ ਸੀ, ਮੋਰਚੇ ਬਣਾਏ ਜਾਂਦੇ ਸਨ, ਫੌਜਾਂ ਰੱਖੀਆਂ ਜਾਂਦੀਆਂ ਸੀ। ਹੁਣ ਜਵਾਨੀ ਸਾਡੇ ਨੌਜਵਾਨ ਅੱਜ ਇਸ ਗੱਲ ਦਾ ਸਵਾਲ ਖੜਾ ਕਰ ਸਕਦਾ, ਕਾਹਦੇ ਲਈ? ਇਸ ਵਾਸਤੇ, ਜ਼ਿੰਦਗੀਆਂ ਬਚਾਉਣ ਵਾਸਤੇ, ਮਨੁੱਖਤਾ ਦਾ ਭਲਾ ਕਰਨ ਵਾਸਤੇ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚੋਂ ਜਿੰਨੀਆਂ ਵੀ ਇਹ ਸਾਰੀਆਂ ਕਾਰਵਾਈਆਂ ਹੋਈਆਂ, ਉਦੋਂ ਤੋਂ ਲੈ ਕੇ ਇਹ ਇਸ ਗੱਲ ਦਾ ਇਸ਼ਾਰਾ ਕਰਦੀਆਂ ਸੀ ਕਿ ਗੁਰੂ ਨਾਨਕ ਦਾ ਘਰ ਮਨੁੱਖਤਾ ਦਾ ਹਾਮੀ ਹੈ, ਮਨੁੱਖਤਾ ਦਾ ਖੂਨ ਡੁੱਲਣ ਤੋਂ ਬਚਾਉਂਦਾ ਹੈ, ਜ਼ਾਲਮਾਂ ਦਾ ਸੋਧਾ ਲਾਉਂਦਾ ਹੈ ਤੇ ਮਜ਼ਲੂਮਾਂ ਨੂੰ ਗਲ ਦੇ ਨਾਲ ਲਾਉਂਦਾ ਹੈ। ਪਰ ਅੱਜ ਦੇਖਣਾ ਪਵੇਗਾ, ਅੱਜ ਬਹੁਤਿਆਂ ਗੁਰਦੁਆਰਿਆਂ, ਇਤਿਹਾਸਕ ਸਥਾਨਾਂ ਦੀਆਂ ਗੋਲਕਾਂ ਵੀ ਤਾਂ ਗੁਰੂ ਨਾਨਕ ਦੇ ਘਰ ਦੀ ਸ਼ਕਤੀ ਹੈ ਨਾ, ਪਰ ਉਹ ਸ਼ਕਤੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੀ ਦੁਰਵਰਤੋਂ ਹੋ ਰਹੀ ਹੈ। ਜੀਵਨੀਆਂ ਤੇ ਜ਼ਿੰਦਗੀਆਂ ਤਾਂ ਕੀ ਬਚਾਉਣੀਆਂ ਸੀ, ਸਗੋਂ ਜੀਵਨੀਆਂ ਜ਼ਿੰਦਗੀਆਂ ਨੂੰ ਨਸ਼ਿਆਂ ਦੇ ਰੂਪ ਵਿੱਚ ਕੁਰਾਏ ਪਾਉਣ ਦੇ ਕੰਮ ਕੀਤੇ ਜਾ ਰਹੇ। ਤੋ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਕਤੀ ਦਾ ਪ੍ਰਬੰਧ ਕੀਤਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਨੇਕ ਔਲਾਦ ਪੈਦਾ ਕਰਕੇ ਦਿੱਤੀ। 5 ਸਾਲ, 5.5 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪੁੱਤਰ ਸਿਮਰੋਂ ਸ਼੍ਰੀ ਹਰਿਰਾਏ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪੁੱਤਰ ਸਿਮਰੋਂ ਸ਼੍ਰੀ ਹਰਿਰਾਏ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪੁੱਤਰ
ਜਿਸ ਡਿਠੈ ਸਭ ਦੁੱਖ ਜਾਏ। 5.5 ਸਾਲ ਦੀ ਉਮਰ ਦੇ ਉਹਨਾਂ ਦੇ ਪੁੱਤਰ ਨੇਕ ਔਲਾਦ, ਆਗਿਆਕਾਰ, ਸੁਘੜ ਸਿਆਣੇ। ਦੁਨੀਆ ਦੇ ਵਿੱਚ ਪਹਿਲੀ ਵਾਰ ਖਾਲਸਾ ਜੀ ਇਹ ਘਟਨਾਵਾਂ ਸਾਨੂੰ ਸਾਂਝੀਆਂ ਕਰਦਿਆਂ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ 5.5 ਸਾਲ ਦੀ ਉਮਰ ਦਾ ਬੱਚਾ ਤਾਂ ਸੁੱਤਾ ਨਹੀਂ ਉੱਠਦਾ, ਪਰ ਗੁਰੂ ਨਾਨਕ ਦੇ ਘਰ ਦੀਆਂ ਖੇਡਾਂ, ਕਰਾਮਾਤਾਂ, ਪਰਉਪਕਾਰ ਦੇਖੋ। ਇੱਥੋਂ 5.5 ਸਾਲ ਦੀ ਉਮਰ ਦੇ ਗੁਰੂ ਵੀ ਹੋਏ ਨੇ। ਆਖੋ ਸਤਨਾਮ ਸ਼੍ਰੀ। ਇਹ ਇੱਕ ਦੇਣ ਹੈ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੀ। ਇੱਥੋਂ ਇਹ ਗੱਲ ਸਾਨੂੰ ਥੋੜੀ ਜਿਹੀ ਪਰਚੋਲਣੀ ਚਾਹੀਦੀ ਹੈ, ਖੋਜ ਕਰਨ ਦੀ ਲੋੜ ਹੈ, ਧਿਆਨ ਦੇਣਾ ਚਾਹੀਦਾ ਹੈ ਸਾਨੂੰ ਕਿ ਗੁਰੂ ਹਰਿਰਾਏ ਸਾਹਿਬ ਤੇ ਉਹਨਾਂ ਦੇ ਘਰੋਂ ਮਾਤਾ ਸੁਲੱਖਣੀ ਜੀ ਦੀ ਕਿੰਨੀ ਵੱਡੀ ਦੇਣ ਹੋਵੇਗੀ, ਕਿੰਨੀ ਵੱਡੀ ਭਗਤੀ ਹੋਵੇਗੀ, ਕਿੰਨੀ ਵੱਡੀ ਤਿਆਰੀ ਹੋਵੇਗੀ, ਕਿੰਨੀ ਉੱਚੀ ਸੁੱਚੀ ਸੁਰਤ ਤੇ ਜੀਵਨ ਹੋਵੇਗਾ ਕਿ 5.5 ਸਾਲ ਦਾ ਉਹਨਾਂ ਦਾ ਛੋਟਾ ਪੁੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹਨਾਂ ਦਾ ਆਪਣਾ ਖੂਨ ਸਨ। ਤੋਂ ਸਾਧ ਸੰਗਤ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਕੁੱਲ 31 ਸਾਲ ਦੀ ਉਮਰ ਦੇ ਵਿੱਚ ਇੰਨੇ ਵੱਡੇ ਵੱਡੇ ਪਰਉਪਕਾਰ ਕੀਤੇ। ਅੱਜ ਆਪਾਂ ਇਸ ਗੱਲੋਂ ਵਧਾਈ ਦੇ ਪਾਤਰ ਹਾਂ ਸਾਰੇ ਕਿ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਸਾਹਿਬ, ਅਕਸਰ ਦੇਖਿਆ ਜਾਂਦਾ ਹੈ ਕਿ 3 ਗੁਰੂ ਸਾਹਿਬਾਂ ਦੇ ਦਿਹਾੜੇ ਤਾਂ ਬੜੇ ਪਿਆਰ ਨਾਲ ਮਨਾਏ ਜਾਂਦੇ ਨੇ, ਮਨਾਉਣੇ ਚਾਹੀਦੇ ਵੀ ਨੇ। ਆਪਾਂ ਤਾਂ ਕਹਿੰਦੇ ਆ ਸਾਰੇ ਗੁਰੂ ਸਾਹਿਬਾਂ ਦੇ ਮਨਾਏ ਜਾਣ। ਗੁਰੂ ਨਾਨਕ ਸਾਹਿਬ ਜੀ ਦਾ ਪੁਰਬ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ, ਪਰ ਬਾਕੀ ਗੁਰੂ ਸਾਹਿਬਾਂ ਦੇ ਦਿਹਾੜੇ ਵੀ ਬਰਾਬਰ ਹੀ ਮਨਾਉਣੇ ਚਾਹੀਦੇ। ਜਿਨ੍ਹਾਂ ਥਾਵਾਂ ਤੇ ਸੰਗਤ, ਪ੍ਰਬੰਧਕ ਸੁਚੇਤ ਨੇ, ਉਹਨਾਂ ਥਾਵਾਂ ਤੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ। ਆਪ ਜੀ ਇਸ ਗੱਲੋਂ ਵਧਾਈ ਦੇ ਪਾਤਰ ਹੋ। ਇੱਥੋਂ ਦੇ ਪ੍ਰਬੰਧਕ ਸਰਦਾਰ ਗੁਲਜ਼ਾਰ ਸਿੰਘ, ਵੀਰ ਬਲਜਿੰਦਰ ਸਿੰਘ ਕਸੇਲ, ਬਾਕੀ ਸਿੰਘ ਬਹੁਤ ਕਸੇਲ ਤੋਂ ਪਹੁੰਚੇ ਨੇ। ਇੱਥੋਂ ਦੀ ਸੰਗਤ ਦੇ ਮੈਂ ਨਾਮ ਨਹੀਂ ਸਾਰਿਆਂ ਸਿੰਘਾਂ ਦੇ ਜਾਣਦਾ, ਪਰ ਇਸ ਗੱਲੋਂ ਵਧਾਈ ਦੇ ਆਪਾਂ ਪਾਤਰ ਹਾਂ ਕਿ ਆਪਾਂ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਸਾਰੇ ਗੁਰੂ ਸਾਹਿਬਾਂ ਦੇ ਲਗਭਗ ਸਾਨੂੰ ਦਿਨ ਦਿਹਾੜੇ ਮਨਾਉਣੇ ਚਾਹੀਦੇ ਨੇ। ਪਰ ਸਾਨੂੰ ਸਿੱਖਿਆ ਕੀ ਮਿਲਦੀ ਹੈ? ਸਿੱਖਿਆ ਇਹ ਮਿਲਦੀ ਹੈ ਕਿ ਸਾਡਾ ਯਕੀਨ, ਭਰੋਸਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਅਟੁੱਟ ਹੋਣਾ ਚਾਹੀਦਾ ਹੈ। ਅਕਸਰ ਹੀ ਦੇਖਿਆ ਜਾਂਦਾ ਹੈ, ਤੁਸੀਂ ਦੇਖੋਗੇ ਕਿ ਜਦੋਂ ਆਪਾਂ ਡਾਕਟਰ ਦੇ ਕੋਲ ਜਾਂਦੇ ਹਾਂ, ਖਿਆਲ ਕਰਨਾ ਸੰਗਤ ਜੀ, ਸਾਨੂੰ ਦਵਾਈ ਦੇ ਬਾਰੇ ਕੋਈ ਨੌਲੇਜ ਨਹੀਂ ਹੁੰਦੀ, ਕੋਈ ਜਾਣਕਾਰੀ ਨਹੀਂ ਹੁੰਦੀ ਕਿ ਦਵਾਈ, ਇਹਦੇ ਸਾਲਟ ਕੀ ਨੇ, ਇਹ ਦਵਾਈ ਦੇ ਗੁਣ ਕੀ ਨੇ, ਇਹਦੇ ਔਗਣ ਕੀ ਹੈ, ਇਹ ਕਿੱਦਾਂ ਕੰਮ ਕਰਦੀ ਹੈ, ਕੁਛ ਨਹੀਂ ਦਵਾਈ ਦੇ ਬਾਰੇ ਜਾਣਦੇ। ਪਰ ਡਾਕਟਰ ਤੇ ਬੜਾ ਵੱਡਾ ਭਰੋਸਾ ਹੁੰਦਾ ਹੈ। ਬੰਦਾ ਕਿਲੋਮੀਟਰਾਂ ਦਾ ਸਫ਼ਰ ਵੱਧ ਵੀ ਤੈਅ ਕਰਕੇ ਉਚੇਚੇ ਤੌਰ ਤੇ ਕਿਸੇ ਦੂਜੇ ਤੀਜੇ ਸ਼ਹਿਰ ਵਿੱਚ ਪਹੁੰਚ ਜਾਂਦਾ ਹੈ ਕਿ ਡਾਕਟਰ ਬੜਾ ਮਸ਼ਹੂਰ ਹੈ, ਮੈਂ ਦਵਾਈ ਉਹਦੇ ਤੋਂ ਲੈਣੀ। ਹਾਲਾਂਕਿ ਬੰਦਾ ਦਵਾਈ ਬਾਰੇ ਕੁਝ ਨਹੀਂ ਜਾਣਦਾ, ਪਰ ਦਵਾ ਦੇਣ ਵਾਲੇ ਡਾਕਟਰ ਦੇ ਬਾਰੇ ਬਹੁਤ ਕੁਝ ਜਾਣਦਾ ਹੈ। ਬਸ ਇਹੀ ਗੱਲ ਹੈ, ਸਮਰੱਥ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਤੇ ਸਾਨੂੰ ਅੱਜ ਭਰੋਸਾ ਬਹੁਤ ਵੱਡਾ ਰੱਖਣ ਦੀ ਲੋੜ ਹੈ। ਭਾਵੇਂ ਗੁਰਬਾਣੀ ਦੇ ਅਰਥ ਆਪਾਂ ਨਹੀਂ ਵੀ ਜਾਣਦੇ, ਭਾਵੇਂ ਗੁਰਬਾਣੀ ਨੂੰ ਆਪਾਂ ਪੜ੍ਹਿਆ ਵੀ ਨਹੀਂ, ਅਰਥ ਵੀ ਨਹੀਂ ਬਹੁਤੇ ਜਾਣਦੇ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ, ਗੁਰੂ ਤੇ ਸਾਡਾ ਵਿਸ਼ਵਾਸ ਇਦਾਂ ਹੋਣਾ ਚਾਹੀਦਾ ਜਿਵੇਂ ਇੱਕ ਡਾਕਟਰ ਵੈਦ ਤੇ ਕੀਤਾ ਜਾਂਦਾ ਹੈ। ਕਿਉਂਕਿ ਅੱਜ ਵਿਸ਼ਵਾਸ ਕਰਨ ਵਾਲੀ ਸੰਗਤ ਬਹੁਤ ਘੱਟ ਦਿਖਾਈ ਦਿੰਦੀ ਹੈ। ਤੁਸੀਂ ਦੇਖੋਗੇ ਕਿ ਵਿਸ਼ਵਾਸ ਕਿਤੇ ਨਾ ਕਿਤੇ ਜਾ ਕੇ ਡੋਲਦਾ ਹੈ। ਵਿਸ਼ਵਾਸ ਕਾਇਮ ਕਰਨ ਦੀ ਹੀ ਲੋੜ ਹੈ। ਸਤਿਗੁਰੂ ਪਾਵਨ ਬਾਣੀ ਅੰਦਰ ਕਹਿੰਦੇ ਨੇ, ਪ੍ਰਤੀਤ ਆਈ ਹੀ ਹੈ ਜਿਸ ਜਨ ਕੇ ਤਿੰਨ ਕੋ ਪਦਵੀ ਉੱਚ ਭਈ। ਪ੍ਰਤੀਤ ਦਾ ਅਰਥ ਕੀ ਹੈ? ਭਰੋਸਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੇ ਭਾਵੇਂ 100 ਗੇੜਾ ਆਮ ਹੋ ਜਾਵੇ। ਮਹਾਰਾਜ ਸਾਹਿਬ ਕਹਿਣ ਲੱਗੇ ਵੀ ਭਰੋਸਾ ਚਾਹੀਦਾ ਹੈ, ਮਨ ਦੇ ਵਿੱਚ ਵਿਸ਼ਵਾਸ ਚਾਹੀਦਾ ਹੈ ਆਪਣੇ ਗੁਰੂ ਦੇ ਪ੍ਰਤੀ। ਭਰੋਸੇ ਵਾਲਿਆਂ ਦੀ ਹੀ ਜੀਵਨੀ ਸਾਡੇ ਵਾਸਤੇ ਇਤਿਹਾਸ ਬਣਦੀ ਹੈ। ਤੋਂ ਅੱਜ ਕਿਸੇ ਨਾ ਕਿਸੇ ਰੂਪ ਵਿੱਚ ਮੈਂ ਅਗਲੀ ਗੱਲ ਕਹਿਣ ਲੱਗਾ ਹਾਂ ਕਿ ਭਰੋਸਾ ਬੰਦਿਆਂ ਤੇ ਵਧੇਰੇ ਹੈ, ਸਮਰੱਥ ਗੁਰੂ ਤੇ ਸ਼ਬਦ ਗੁਰੂ ਤੇ ਭਰੋਸਾ ਘੱਟ ਹੈ। ਜਦੋਂ ਇਦਾਂ ਦੀਆਂ ਗੱਲਾਂ ਆਪਾਂ ਨੂੰ ਸੁਣਨ ਵਾਸਤੇ ਮਿਲਦੀਆਂ ਨੇ ਕਿ ਬਾਬਾ ਜੀ ਨੇ ਕਿਹਾ ਸੀ, ਫਲਾਣੇ ਮਹਾਂਪੁਰਸ਼ਾਂ ਨੇ ਕਿਹਾ ਸੀ ਅਖੰਡ ਪਾਠ ਕਰਾਉਣਾ ਹੈ, ਉਦੋਂ ਸੁਣਨ ਵਾਲੇ ਦਾ ਸੀਨਾ ਪਾੜ ਜਾਂਦਾ ਹੈ ਕਿ ਕੀ ਬਾਬਾ ਜੀ ਦੇ ਕਹਿਣ ਤੇ, ਕਿਸੇ ਸਾਧ ਦੇ ਕਹਿਣ ਤੇ, ਕਿਸੇ ਬਾਬੇ ਦੇ ਕਹਿਣ ਤੇ ਹੀ ਪਾਠ ਕਰਾਉਣਾ ਹੈ? ਕੀ ਸਿੱਧਾ ਫਰਜ਼ ਨਹੀਂ ਹੈ ਸਿੱਖ ਦਾ ਕਿ ਗੁਰਬਾਣੀ ਪੜ੍ਹਨੀ ਹੈ, ਪਾਠ ਕਰਨਾ ਹੈ, ਨਿਤਨੇਮ ਕਰਨਾ ਹੈ? ਘਰ 'ਚ ਭਾਵੇਂ ਅਖੰਡ ਪਾਠ ਕਰਾਇਆ ਜਾਂਦਾ ਹੈ, ਸੁਖਮਨੀ ਸਾਹਿਬ ਦਾ ਪਾਠ ਕਰਾਇਆ ਜਾਂਦਾ ਹੈ, ਗੁਰਦੁਆਰਾ ਸਾਹਿਬ ਕਰਵਾਇਆ ਜਾਂਦਾ ਹੈ,
क्योंकि महाराज साहब तो बाणी दे अंदर ये गल कहंदे ने, सच्चे पातशाह अपनी पावन रचना दे अंदर थां थां ते सानू ये गल कह रहे ने कि सिख दा कर्म ही ये है, फर्ज ही ये है कि उन्हें सदा बाणी दे नाल जुड़े रहना है, बाणी ही पढ़ते रहना है। जो प्राणी गोविंद ध्यावे, पढ़िया अनपढ़िया परम गत पावे। तो ये साडे गुरु साहिबां दी बड़ी वड्डी देन सी कि सतगुरु पातशाह ने सानू सीधा शब्द गुरु दे लड़ लाया। बाणी गुरु, गुरु है बाणी विच बाणी अमृत सारे, गुरबाणी कहे सेवक जन माने, प्रतख गुरु निस्तारे। अमृत बाणी हर हर तेरी, सुन सुन होवे परम गत मेरी, जलन बुझी शीतल होए मनुआ, सतगुर का दर्शन पाए जियो। गुरबाणी सुनदियां, गुरबाणी पढ़दियां तां हिरदे विच इन्ना प्यार होना चाहिए है कि सतगुर की बाणी सत स्वरूप है, गुरबाणी बणीए, गुरबाणी का रूप हो जाना चाहिए है। इदां दे जीवन महाराज साहब गुरु हरराज साहब जी ने अपनी जिंदगी के अंदर सानू पैदा करके दिते सन। बहुत साखियां मिलदियां ने, बहुत सिखां दा जीवन पढ़न वास्ते मिलता है, जिन्हां खानदानां दे खानदान, परिवारां दे परिवार गुरु हरराज साहब के समय गुरु नानक के घर नाल जुड़े, सिक्खी की शरण में आए तो 10वें पातशाह के समय जाके उन्होंने सिखा ने वड्डा वड्डा योगदान पाया, शहादतां दित्तियां। एक सिख की घटना मैं होर भी कह दियां, माझा मालवा दुआबा 3 साडे खिते ने पंजाब दे। तुसीं देखोगे गुरु नानक के घर दीयां खेडां कि माझे दे विचों भाई मंझ कबरां नूं मनण वाला 80 पिंडां 100 पिंड का मालक चौधरी है, पर गुरु नानक साहब के घर की करामात वेखो। जिद्दन शब्द ने जीवन बदलिया, भाई मंझ पहली बार जो अमृतसर साहब आया, उन्हें अमृत वेले आके गुरु अर्जन साहब के दरबार में देखा सिखां नूं बाणी पढ़दियां, सरोवर में इशनान करदियां, सिमरन करदियां, नितनेम करदियां, गुरु के दरबार की शोभा महिमा ਉਹਦੇ मन ते इन्ना असर करती है। वो जांदा तां सी कबरां नूं पूजन वास्ते, जांदा तां सी वो देवी की पूजा करन वास्ते, कबरां नूं पूजदा सी, सखी सरवर दा पुजारी सी, पर भाई मंझ गुरु दा होके रह जांदा है। अपने साथियों नूं कहंदा तुसीं जाओ, मैनूं असली घर मिल गया है, मैनूं मेरा असली टिकाणा मिल गया है। तो सारा कुछ ही उहदा दुनियावी तौर पर चले गया, नुकसान हो गया। कहंदे ने पिंड का चौधरीपुणा भी इलाके का चले गया, जथे का आगूपुणा भी उहदे कोलों चले गया, बहुत नुकसान होया। पर जिद्दन उहदे अंदर ने पूरी दृढ़ता विखाई, गुरु नानक के घर सेवा करदियां करदियां लकड़ां दी पंड लैके खूह विच डिग्गा भाई मंझ। अज भी वो खूह मौजूद है संगत जी, अमृतसर के परले पासे वो जगह अज भी मौजूद है। खूह दे विच लकड़ां दी पंड लैके डिग्गा सी भाई मंझ। तो पंचम पातशाह गुरु अर्जन साहब ने खूह विचों लकड़ा पहला उन्हें कढ़वाइयां, कहंदा महाराज लकड़ा पहला कड्डो, मैं बाद विच बाहर आवांगा। बाहर आया, महाराज ने गल ना लाया तो सतगुर ने एक शब्द कहा, कहन लगे मंझ प्यारा गुरु को गुर मंझ प्यारा, मंझ गुरु का बोए था जग लंघनारा। असीस दिती सतगुरु पातशाह ने, सत्कार दिता। सदियां तक भाई मंझ अमर हो गया दुनिया दे विच। जदों तक बाणी जुगो जुग टल रहेगी, भाई मंझ वर्गियां दा जीवन इत्थे मिसाल बनिया रहेगा। माझे दे विचों भाई मंझ उठिया, जिन्ने परां लाया अपना कबरां वाला नकली जीवन ते सच्चा जीवन गुरु नानक दे घर दे विचों जीना आरंभ कीता सी। दुआबे दे विचों गुरु नानक साहब महाराज जी दे समय मलसीआं पिंड दा भाई भगीरथ उठिया, जिहड़ा 180 पिंडां दा मालक चौधरी सी। इन्हें भी देवी की पूजा छड्ड के गुरु नानक के घर में आया। इस बंदे ने दुआबे की लाज रख ली, भाई मंझ ने माझे की लाज रखी सी, भाई भगीरथ ने दुआबे दे विचों उठ के प्रण किया सी। ते मालवे दे विचों गुरु अर्जन साहब सच्चे पातशाह महाराज जी के समय भाई भगतू उठिया। भाई भगतू के खानदान दे विचों ही भाई बहलो सी। भाई बहलो सब तो पहलों कहते ने भाई बहलों जिहड़ा सी ये भी कबरां दा पुजारी सी, कबरां पूजदा सी। जदों गुरु घर विच आया, सेवा की, बाणी पढ़ी, इन्ना असर होया जीवन दे उपर कि कबरां दी पूजा छड्ड के काफ़ी सारे 100 के लगभग पिंडां दी जिम्मेवारी सी, सरकारे दरबारे पुछ प्रतीत सी भाई बहलो दी। तो महाराज ने एक बचन क्या कहन लगे, भाई बहलो सब तो पहलों उहदियां सेवावां नूं वेख के महाराज ने असीस दित्ती। ते भाई बहलों के खानदान दे विचों अगे
ਭਾਈ ਭਗਤੂ ਹੋਇਆ। ਭਾਈ ਭਗਤੂ ਦੇ ਖਾਨਦਾਨ ਦੇ ਵਿੱਚੋਂ ਅੱਗੇ ਪੀੜ੍ਹੀਆਂ ਉੱਠੀਆਂ ਜਿਹੜੀਆਂ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਸਿੱਖੀ ਦੀ ਸੇਵਾ ਕਰਦੀਆਂ ਰਹੀਆਂ, ਤੇ ਇਹਨਾਂ ਦੇ ਖਾਨਦਾਨ ਦੇ ਵਿੱਚੋਂ ਹੀ ਸਾਧ ਸੰਗਤ ਫਿਰ ਅੱਗੇ ਆ ਕੇ ਭਾਈ ਬਾਜ ਸਿੰਘ ਵਰਗੇ, ਭਾਈ ਫਤਿਹ ਸਿੰਘ ਵਰਗੇ, ਭਾਈ ਆਲੀ ਸਿੰਘ, ਮਾਲੀ ਸਿੰਘ ਵਰਗੇ ਭਾਈ ਭਗਤੂ ਕਿਆਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਇਸ ਵਾਸਤੇ ਜਿਹੜਾ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਹੈ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ, ਜਿਸ ਹਿਰਦੈ ਭਗਵੰਤ ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਹੈ ਸਵਾਓ, ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹ ਸਾਡਾ ਸਾਰਿਆਂ ਦਾ ਫਰਜ਼ ਹੈ, ਸਭਨਾਂ ਦਾ। ਕੁਦਰਤ ਨਾਲ ਪਿਆਰ ਕਰੀਏ। ਜਿਹੜੀ ਸਾਡੇ ਘਰਾਂ ਦੇ ਵਿੱਚ ਕੋਈ ਗੁਰੂ ਦੀ ਦਾਤ ਹੈ, ਉਹਦਾ ਅੱਗੇ ਰੱਖ ਕੇ ਸ਼ੁਕਰਾਨਾ ਅਕਾਲ ਪੁਰਖ ਦਾ, ਗੁਰੂ ਦਾ ਜ਼ਰੂਰ ਕਰੀਏ। ਇਹਦੇ ਨਾਲ ਨਾਲ ਗੁਰੂ ਹਰਿਰਾਏ ਸਾਹਿਬ ਦੇ ਵਾਂਗ ਆਪਾਂ ਵੀ ਪਰਉਪਕਾਰ ਕਰਦਿਆਂ ਕਰਦਿਆਂ ਆਪਣੇ ਜੀਵਨ ਨੂੰ ਗੁਰੂ ਨੂੰ ਸਮਰਪਿਤ ਕਰ ਸਕੀਏ। ਕੁਦਰਤ ਨਾਲ ਅੰਤਾਂ ਦਾ ਪਿਆਰ ਕਰਨ ਵਾਲੇ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ, ਬਹੁਤ ਬਹੁਤ ਮੁਬਾਰਕਾਂ ਹੋਣ। ਇੱਥੋਂ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਮੇਰੇ ਨਾਲ ਵੀਰ ਹਰਪ੍ਰਭ ਸਿਮਰਨਜੀਤ ਸਿੰਘ ਜੀ ਆਏ ਨੇ ਸੁਰ ਸਿੰਘ ਤੋਂ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਅਗਲਾ ਪ੍ਰੋਗਰਾਮ ਆਪ ਜੀ ਨੂੰ ਸਰਦਾਰ ਭਾਈ ਗੁਲਜ਼ਾਰ ਸਿੰਘ ਜੀ ਹੁਣੀ ਦੱਸ ਦੇਣਗੇ। ਆਓ ਇੱਥੇ ਫਤਿਹ ਬੁਲਾਓ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।